ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਮਹਾਰਾਜ ਸਿੰਘ, ਜਿਨ੍ਹਾਂ ਦੇ ਬਾਰੇ ਤਕਰੀਬਨ ਪਿਛਲੇ ਲੜੀਵਾਰ 3, 4, 5 ਵਿਖਿਆਨਾਂ ਦੇ ਵਿੱਚ ਉਹਨਾਂ ਦੀ ਦਰਬਾਰੇ ਖਾਲਸਾ ਨੂੰ ਦੁਬਾਰਾ ਪ੍ਰਾਪਤ ਕਰਨ ਦੀ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਨੂੰ ਦੁਬਾਰਾ ਹਾਸਲ ਕਰਨ ਦੀ ਜਿਹੜੀ ਉਹਨਾਂ ਦੇ ਮਨ ਦੀ ਮਨਸ਼ਾ ਸੀ ਔਰ ਜਿਸ ਦ੍ਰਿੜ ਇਰਾਦੇ ਦੇ ਨਾਲ ਉਹਨਾਂ ਇਕੱਲੇ ਹੀ ਸੰਘਰਸ਼ ਕੀਤਾ, ਉਹਦੇ ਵਿੱਚ ਉਹਨਾਂ ਦੇ ਸੰਘਰਸ਼ ਦੇ ਜਿਹੜੇ ਅਣਛੋਹੇ ਤੱਥ ਸੀ ਜਿਨ੍ਹਾਂ ਦੇ ਬਾਰੇ ਅਸੀਂ ਜ਼ਿਆਦਾਤਰ ਨਹੀਂ ਸੀ ਜਾਣਦੇ ਕਿ ਪ੍ਰੇਮਾ ਸਾਜ਼ਿਸ਼ ਕਾਂਡ ਦੇ ਨਾਲ ਉਹਨਾਂ ਨੂੰ ਕਿਵੇਂ ਜੋੜਿਆ ਗਿਆ, ਗੁਜਰਾਤ ਦੀ ਜੰਗ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ, ਉਸ ਤੋਂ ਬਾਅਦ ਚੇਲਿਆਂ ਵਾਲਾ, ਰਾਮਨਗਰ ਔਰ ਗੁਜਰਾਤ ਦੀ ਜੰਗ ਦੇ ਵਿੱਚ ਉਹਨਾਂ ਨੇ ਭੂਮਿਕਾ ਕਿਵੇਂ ਦੀ ਨਿਭਾਈ, ਔਰ ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਦਲੀਪ ਸਿੰਘ ਜਿਹੜਾ ਪੁੱਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਦਲੀਪ ਸਿੰਘ, ਉਸ ਨੂੰ ਅਗਵਾ ਕਰਕੇ ਉਹਦੀ ਅਗਵਾਈ ਦੇ ਵਿੱਚ ਅਗਲਾ ਸੰਘਰਸ਼ ਲੜਨ ਦੀ ਰਣਨੀਤੀ ਤਿਆਰ ਕੀਤੀ। ਜਦੋਂ ਇਹ ਸਾਰੀਆਂ ਕਹਿ ਸਕਦੇ ਹੋ ਕਿ ਵੱਡੀਆਂ ਸਾਜ਼ਿਸ਼ਾਂ, ਘਟਨਾਵਾਂ ਜਾਂ ਯੁੱਧ ਦੀਆਂ ਨੀਤੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਖਬਰਾਂ ਦੇ ਰਾਹੀਂ ਜਾਂ ਅੰਗਰੇਜ਼ੀ ਵਿਭਾਗ ਦੇ ਖੁਫੀਆ ਤੰਤਰ ਦੇ ਰਾਹੀਂ ਇਹ ਸਭ ਕੁਝ ਨਾਕਾਮ ਹੁੰਦਾ ਗਿਆ, ਪਰ ਉਹਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਦੁਲਾਰੇ ਬਾਬਾ ਮਹਾਰਾਜ ਸਿੰਘ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਸੰਘਰਸ਼ ਜਾਰੀ ਰੱਖਿਆ। ਸੋ ਉਸ ਸੰਘਰਸ਼ ਦਾ ਆਖਰੀ ਪੜਾਅ ਸੀ ਜਿਹੜਾ ਤੁਹਾਡੇ ਨਾਲ ਸ਼ੁਰੂ ਕਰ ਲੱਗਿਆ। ਵੈਸੇ ਤੇ ਇਹ ਪੜਾਅ ਇਵੇਂ ਦਾ ਹੈ ਕਿ ਇਸ ਨੂੰ ਸ਼ਬਦਾਂ ਦੇ ਵਿੱਚ ਬੋਲ ਕੇ ਸਮਾਪਤ ਕਰਨਾ ਬਹੁਤ ਔਖਾ। ਉਹਨਾਂ ਦੀ ਜ਼ਿੰਦਗੀ ਦੇ ਅੰਤਿਮ ਦਿਨ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਦਰਦ ਭਰੇ ਨੇ, ਦੁੱਖ ਭਰੇ ਨੇ, ਪਰ ਇਹਦੇ ਬਾਵਜੂਦ ਵੀ ਉਹ ਕਿਸ ਚੜ੍ਹਦੀ ਕਲਾ ਦੇ ਵਿੱਚ ਤੇ ਮਾਨਸਿਕ ਤੌਰ ਤੇ ਕਿੰਨੀ ਉੱਚੀ ਅਵਸਥਾ ਦੇ ਵਿੱਚ ਰਹਿੰਦੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਸੋ ਜਿਸ ਵੇਲੇ ਉਹ ਦੁਆਬੇ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਕਿ ਅੰਗਰੇਜ਼ੀ ਹਕੂਮਤ ਦੇ ਖਿਲਾਫ ਜਿਹੜੀ ਬਗਾਵਤ ਕੀਤੀ ਜਾਵੇ, ਬਗਾਵਤ ਕਰਨ ਦੇ ਵਾਸਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਗੁਪਤ ਦੌਰਾ ਕੀਤਾ ਇਹਨਾਂ ਛਾਉਣੀਆਂ ਦਾ। ਛਾਉਣੀਆਂ ਦੇ ਅੰਦਰਲੇ ਕੁਝ ਸਿਪਾਹੀਆਂ ਦੇ ਨਾਲ ਸੰਬੰਧ ਵੀ ਕਾਇਮ ਕੀਤੇ। ਇਹ ਜਲੰਧਰ ਦੀ ਛਾਉਣੀ ਸੀ, ਕਪੂਰਥਲੇ ਦੀ, ਔਰ ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਛਾਉਣੀ ਸੀ। ਇੱਕ ਸਰੋਤ ਇਹ ਵੀ ਦੱਸਦਾ ਹੈ ਕਿ ਇਹ ਸਾਰੇ ਹੀ ਕਹਿ ਸਕਦੇ ਹੋ ਕਿ ਇਸ ਵਿਉਂਤ ਨੂੰ ਸਿਰੇ ਚਾੜਨ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਆ ਕੇ ਨਤਮਸਤਕ ਹੋਣਾ ਚਾਹੁੰਦੇ ਸੀ। ਉਹ ਅੰਮ੍ਰਿਤਸਰ ਆਏ ਜਾਂ ਨਹੀਂ ਆਏ ਇਹਦਾ ਸਾਨੂੰ ਕਿਸੇ ਲਿਖਤੀ ਸਬੂਤ ਦੇ ਵਿੱਚ ਜ਼ਿਕਰ ਨਹੀਂ ਮਿਲਦਾ, ਬਲਕਿ ਇੰਨਾ ਜ਼ਿਕਰ ਮਿਲਦਾ ਹੈ ਕਿ ਉਹ ਆਉਣਾ ਚਾਹੁੰਦੇ ਸੀ। ਗਏ ਜਾਂ ਨਹੀਂ ਗਏ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਬਹੁਤ ਹੀ ਵਧੀਆ ਗੁਰਿੱਲਾ ਜੰਗ ਦੇ ਸਿਪਾਹੀ ਦੀ ਤਰ੍ਹਾਂ ਉਹ ਬੜਾ ਖੁਫੀਆ ਤਰੀਕੇ ਦੇ ਨਾਲ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਾਲੇ ਪਾਸੇ ਵੱਧ ਰਹੇ ਸਨ, ਹੋ ਸਕਦਾ ਆ ਕੇ ਗਏ ਵੀ ਹੋਣ ਤੇ ਕਿਸੇ ਨੂੰ ਖਬਰ ਨਾ ਹੋਵੇ। ਖੈਰ, ਅਸੀਂ ਗੱਲ ਕਰ ਰਹੇ ਸੀ ਕਿ 28 ਦਸੰਬਰ 1849 ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਹੈਨਰੀ ਵੈਨਸਟੇਟ ਨੂੰ ਇਸ ਗੱਲ ਦੀ ਮੁਖਬਰੀ ਹੋ ਜਾਂਦੀ ਹੈ ਕਿ ਬਾਬਾ ਮਹਾਰਾਜ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਆਦਮਪੁਰ ਤੇ ਸ਼ਾਮ 84 ਦੇ ਵਿਚਕਾਰਲੇ ਪਾਸੇ ਪਿੰਡਾਂ ਦੇ ਕਿਸੇ ਖੇਤਾਂ ਵਾਲੇ ਕਹਿ ਸਕਦੇ ਹੋ ਕਿ ਖੇਤੀ ਪਿੰਡਾਂ ਦੇ ਵਿੱਚ, ਪਿੰਡਾਂ ਦੇ ਬਾਹਰ-ਵਾਰ ਖੇਤਾਂ ਦੇ ਵਿੱਚ ਬੈਠੇ ਹੋਏ ਨੇ। ਉਸੇ ਵੇਲੇ ਜਲੰਧਰ ਦਾ ਡਿਪਟੀ ਕਮਿਸ਼ਨਰ ਮਿਸਟਰ ਹੈਨਰੀ ਜਿਹੜਾ ਉਹ ਆਪਣੇ ਸਾਥੀਆਂ ਨੂੰ ਨਾਲ ਲੈਂਦਾ ਹੈ, ਨਾਲ ਮੁਖਬਰੀ ਦੇਣ ਵਾਲਾ ਜਿਹਨੇ ਮੁਖਬਰੀ ਕੀਤੀ ਸੀ ਉਸ ਨੂੰ ਨਾਲ ਲੈਂਦਾ ਹੈ ਤੇ ਉਹ ਉਧਰ ਨੂੰ ਚਾਲੇ ਪਾ ਦਿੰਦਾ ਹੈ। ਜਦੋਂ ਉਸ ਜਗ੍ਹਾ ਦੇ ਉੱਪਰ ਪਹੁੰਚਦਾ ਹੈ ਤਾਂ ਕੇਵਲ ਇੱਕ ਵਿਅਕਤੀ, ਜਿਸ ਦਾ ਬਾਅਦ ਦੇ ਵਿੱਚ ਉਹਦੀ ਜਿਹੜੇ ਕਨਫੈਸ਼ਨ ਸਟੇਟਮੈਂਟ ਆ, ਉਹਦੇ ਜਿਹੜੇ ਆਪਣੇ ਸਵੈ ਬਿਆਨ ਨੇ, ਉਹਨਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਕੇਵਲ ਇੱਕ ਵਿਅਕਤੀ ਜਿਹੜਾ ਹੈ ਉਹ ਅੰਗਰੇਜ਼ ਅਫਸਰ ਮਿਸਟਰ ਹੈਨਰੀ ਦੇ ਉੱਪਰ ਕੁਹਾੜੀ ਦਾ ਵਾਰ ਕਰਦਾ ਹੈ। ਬਾਕੀ ਜਿੰਨੇ ਵੀ ਇਹ ਵਿਅਕਤੀ ਨੇ ਬਾਬਾ ਮਹਾਰਾਜ ਸਿੰਘ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੇ, ਤਕਰੀਬਨ ਉਹਨਾਂ ਨੇ ਤਾਂ 30 ਲਿਖਿਆ ਪਰ ਬਹੁਤੇ ਸਰੋਤਾਂ ਦੇ ਮੁਤਾਬਕ 11 ਤੋਂ 12 ਸਾਥੀਆਂ ਦਾ ਜ਼ਿਕਰ ਮਿਲਦਾ ਹੈ। ਇਹ ਜਿਹੜੇ 11-12 ਸਾਥੀ ਨੇ ਇਹ ਸਾਰੇ ਹੀ ਬਿਨਾਂ ਹਥਿਆਰਾਂ ਤੋਂ ਨੇ। ਇਸ ਦਾ ਮਤਲਬ ਇਹ ਨਹੀਂ ਕਿ ਉਹ ਹਥਿਆਰਬੰਦ ਸੰਘਰਸ਼ ਨਹੀਂ ਸੀ ਲੜ ਰਹੇ। ਉਹਨਾਂ ਨੇ ਜਿਹੜਾ ਹਥਿਆਰਬੰਦ ਸੰਘਰਸ਼ ਲੜਨਾ ਸੀ ਉਹਦੇ ਵਾਸਤੇ ਜਿਹੜੀ ਉਹਨਾਂ ਦੀ ਤਿਆਰੀ ਸੀ ਉਹ 3 ਜਨਵਰੀ 1850 ਨੂੰ ਬਗਾਵਤ ਕਰਨ ਦੀ ਸੀ ਫੌਜੀ ਛਾਉਣੀਆਂ ਦੇ ਵਿੱਚ, ਤੇ ਉਹਨਾਂ ਨੇ ਆਪਣੇ ਸਾਰੇ ਹਥਿਆਰ ਜਗ੍ਹਾ ਜਗ੍ਹਾ ਦੇ ਉੱਪਰ ਪਹੁੰਚਾ ਦਿੱਤੇ ਸਨ ਤੇ ਆਪ ਉਹਨਾਂ ਨੇ ਪਿੰਡਾਂ 'ਚ ਵਿਚਰ ਕੇ ਲੋਕਾਂ ਨੂੰ ਲਾਮਬੰਦ ਕਰਨਾ ਸੀ ਕਿ ਜਿਸ ਵੇਲੇ ਫੌਜੀ ਛਾਉਣੀਆਂ ਦੇ ਵਿੱਚ ਬਗਾਵਤ ਹੋਏ, ਪਿੰਡਾਂ ਦੇ ਜਿਹੜੇ ਲੋਕ ਨੇ ਉਹ ਵੀ ਉਸੇ ਵੇਲੇ
ਅੰਗਰੇਜ਼ੀ ਹਕੂਮਤ ਦੇ ਖਿਲਾਫ ਬਗਾਵਤ ਕਰ ਦੇਣ। ਇਸ ਕਰਕੇ ਉਹ ਬਿਨਾਂ ਹਥਿਆਰਾਂ ਤੋਂ ਹੀ ਇਹ ਸੰਦੇਸ਼ ਦੇਣ ਦੇ ਵਾਸਤੇ ਘੁੰਮ ਰਹੇ ਸਨ ਕਿ ਕਿਤੇ ਕਿਸੇ ਵੀ ਖੁਫੀਆ ਵਿਭਾਗ ਦੇ ਕਿਸੇ ਬੰਦੇ ਨੂੰ ਇਸ ਗੱਲ ਦਾ ਸ਼ੱਕ ਨਾ ਪੈ ਜਾਵੇ। ਸੋ ਜਦੋਂ ਇਹ ਜਲੰਧਰ ਦਾ ਡਿਪਟੀ ਕਮਿਸ਼ਨਰ ਮਿਸਟਰ ਹੈਨਰੀ ਉਸ ਜਗ੍ਹਾ ਦੇ ਉੱਪਰ ਪਹੁੰਚਿਆ ਤਾਂ ਉੱਥੇ ਬਾਬਾ ਮਹਾਰਾਜ ਸਿੰਘ ਦੇ ਇੱਕ ਸਾਥੀ ਅਕਾਲੀ ਅਮੀਰ ਸਿੰਘ ਨੇ ਕੁਹਾੜੀ ਦਾ ਵਾਰ ਕੀਤਾ। ਹੱਥ ਦੇ ਵਿੱਚ ਕੁਹਾੜੀ ਛੋਟੀ ਸੀ ਤੇ ਮਿਸਟਰ ਹੈਨਰੀ ਘੋੜੇ ਦੇ ਉੱਪਰ ਸੀ, ਉਹਦੇ ਉੱਪਰ ਵਾਰ ਤਾਂ ਨਾ ਹੋ ਸਕਿਆ। ਉਸਨੇ ਆਪਣੇ ਪਿਸਤੌਲ ਦਾ ਫਾਇਰ ਕੀਤਾ ਤੇ ਅਕਾਲੀ ਅਮੀਰ ਸਿੰਘ ਜਿਹੜੇ ਸੀ ਉਹ ਜ਼ਖਮੀ ਹੋ ਗਏ। ਮੈਂ ਅਗਲੀ ਗੱਲ ਤੋਰਨ ਤੋਂ ਪਹਿਲਾਂ ਇੱਕ ਗੱਲ ਨਾਲ ਵੀ ਦੱਸ ਦਿਆਂ ਕਿ ਇਹਨਾਂ ਨੂੰ ਜਲੰਧਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਅਕਾਲ ਚਲਾਣੇ ਤੋਂ ਪਹਿਲਾਂ, ਜਿਸ ਨੂੰ ਅਸੀਂ ਸ਼ਹਾਦਤ ਹੀ ਕਵਾਂਗੇ, ਸ਼ਹਾਦਤ ਤੋਂ 2 ਦਿਨ ਪਹਿਲਾਂ ਇਹੀ ਅਫਸਰ ਉਹਨਾਂ ਦੇ ਬਿਆਨ ਲੈਣ ਦੇ ਵਾਸਤੇ ਆਪਣੇ ਜੂਨੀਅਰ ਅਫਸਰਾਂ ਨੂੰ ਲੈ ਕੇ ਆਉਂਦਾ ਹੈ। ਤਾਂ ਜਦੋਂ ਸਾਰੀ ਗੱਲ ਕਰਦਾ ਤੇ ਉਹ ਇੱਕ ਗੱਲ ਕਹਿੰਦਾ ਹੈ ਕਿ ਮੇਰਾ ਨਾਮ ਅਕਾਲੀ ਅਮੀਰ ਸਿੰਘ ਹੈ ਤੇ ਮੈਂ ਬਾਬਾ ਮਹਾਰਾਜ ਸਿੰਘ ਦਾ ਸਾਥੀ ਹਾਂ, ਪਰ ਬਾਬਾ ਮਹਾਰਾਜ ਸਿੰਘ ਦੇ ਨਾਲ ਮੈਂ ਕਿੱਥੇ ਕਿੱਥੇ ਗਿਆ ਤੇ ਮੈਂ ਕੀ ਕੀਤਾ, ਮੈਂ ਇਹ ਮਰਨ ਤੱਕ ਜ਼ੁਬਾਨ ਨਹੀਂ ਖੋਲ੍ਹਣੀ। ਪਰ ਤੁਹਾਨੂੰ ਇੰਨਾ ਦੱਸ ਦਿੰਦਾ ਕਿ ਮੈਂ ਸਿੱਖ ਰਾਜ ਦੇ ਸਮੇਂ ਅੰਗਰੇਜ਼ਾਂ ਦੇ ਨਾਲ ਬਹੁਤ ਜੰਗਾਂ ਲੜੀਆਂ ਨੇ ਤੇ ਮੇਰੇ ਸਾਰੇ ਸਰੀਰ ਦੇ ਉੱਪਰ ਜ਼ਖਮਾਂ ਦੇ ਨਿਸ਼ਾਨ ਨੇ। ਤੇ ਮੈਂ ਇੱਕ ਗੱਲ ਵੀ ਦਾਅਵੇ ਨਾਲ ਕਹਿਣਾ ਕਿ ਜੇ ਕਿਤੇ ਉਸ ਵੇਲੇ ਮੇਰੇ ਕੋਲ ਕੋਈ ਚੰਗਾ ਹਥਿਆਰ ਹੁੰਦਾ ਤਾਂ ਇਹ ਅੰਗਰੇਜ਼ ਅਫਸਰ ਮਿਸਟਰ ਹੈਨਰੀ ਤੇ ਮੈਂ ਕਈ ਹੋਰ ਜ਼ਮੀਨ ਤੇ ਵਿਛਾ ਕੇ ਸੁੱਟ ਦੇਣੇ ਸੀ। ਇਸ ਤੋਂ 2 ਦਿਨਾਂ ਤੋਂ ਬਾਅਦ ਉਹ ਅਕਾਲ ਚਲਾਣਾ ਕਰਕੇ ਭਾਵ ਕੇ ਸ਼ਹਾਦਤ ਪ੍ਰਾਪਤ ਕਰਕੇ ਬਾਬਾ ਮਹਾਰਾਜ ਸਿੰਘ ਹੁਣਾਂ ਨੂੰ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਗਿਆ। ਹੁਣ ਹੈਰਾਨਗੀ ਦੀ ਗੱਲ ਹੈ ਕਿ ਜਦੋਂ ਜਲੰਧਰ ਜੇਲ੍ਹ ਦੇ ਵਿੱਚ ਇਹਨਾਂ ਨੂੰ ਦਾਖਲ ਕੀਤਾ ਗਿਆ ਤੇ ਜੇਲ੍ਹ ਦੇ ਵਿੱਚ ਅੰਗਰੇਜ਼ੀ ਫੌਜ ਦੇ ਵਿੱਚ ਜਿੰਨੇ ਵੀ ਸਿੱਖ ਫੌਜੀ ਸਨ ਉਹਨਾਂ ਨੇ ਝੁੱਕ ਕੇ ਇਹਨਾਂ ਨੂੰ ਪ੍ਰਣਾਮ ਕੀਤਾ। ਜਿਹੜਾ ਡਿਪਟੀ ਕਮਿਸ਼ਨਰ ਮਿਸਟਰ ਹੈਨਰੀ ਸੀ ਉਹ ਹੈਰਾਨ ਹੋ ਗਿਆ ਕਿ ਸਿੱਖ ਫੌਜੀਆਂ ਦੇ ਵਿੱਚ, ਸਿੱਖ ਪੁਲਿਸ ਵਾਲਿਆਂ ਦੇ ਵਿੱਚ ਬਾਬਾ ਮਹਾਰਾਜ ਸਿੰਘ ਦਾ ਸਤਿਕਾਰ ਕਿੰਨਾ। ਉਸਨੇ ਰਿਪੋਰਟ ਦੇ ਵਿੱਚ ਲਿਖਿਆ ਕਿ ਇਸ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਜਲਦੀ ਤੋਂ ਜਲਦੀ ਤਬਦੀਲ ਕੀਤਾ ਜਾਵੇ ਕਿਉਂਕਿ ਇੱਥੋਂ ਇਹਨਾਂ ਦਾ ਭੱਜ ਕੇ ਜਾਣਾ ਜਾਂ ਇਹਨਾਂ ਨੂੰ ਭਜਾਇਆ ਜਾਣਾ ਬਹੁਤ ਸੌਖਾ ਹੈ। ਕਿਉਂਕਿ ਮੈਂ ਵੇਖਿਆ ਕਿ ਜਦੋਂ ਇਹ ਜੇਲ੍ਹ ਦੇ ਵਿੱਚ ਦਾਖਲ ਹੋਏ ਤੇ ਸਾਰੇ ਸਿੱਖ ਸਿਪਾਹੀਆਂ ਨੇ ਇਹਨਾਂ ਨੂੰ ਸਲੂਟ ਕੀਤਾ, ਇਹਨਾਂ ਨੂੰ ਪ੍ਰਣਾਮ ਕੀਤਾ। ਇੱਕ ਗੱਲ ਹੋਰ ਬੜੀ ਅਹਿਮ ਹੈ, ਇੱਕ ਅਗਲੀ ਰਿਪੋਰਟ ਦੇ ਵਿੱਚ ਇਹ ਜਿਹੜਾ ਜਲੰਧਰ ਦਾ ਡਿਪਟੀ ਕਮਿਸ਼ਨਰ ਹੈ ਇਹ ਲਾਰਡ ਡਲਹੌਜ਼ੀ ਨੂੰ ਲਿਖਦਾ ਹੈ, ਕਹਿੰਦਾ ਕਿ ਮੈਨੂੰ ਇਹ ਕਨਸੋਆਂ ਮਿਲ ਰਹੀਆਂ ਨੇ ਕਿ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਸਾਰੇ ਇਕੱਠੇ ਹੋ ਰਹੇ ਨੇ ਤੇ ਜੇਕਰ ਉਹਨਾਂ ਨੇ ਇਕੱਠੇ ਹੋ ਕੇ ਜਲੰਧਰ ਜੇਲ੍ਹ ਦੇ ਉੱਪਰ ਹਮਲਾ ਕੀਤਾ ਤੇ ਬਾਬਾ ਮਹਾਰਾਜ ਸਿੰਘ ਨੂੰ ਛਡਾ ਕੇ ਲੈ ਗਏ। ਉਹ ਰਿਪੋਰਟ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਲਿਖਦਾ ਹੈ, ਕਹਿੰਦਾ ਫਿਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਤੁਹਾਨੂੰ ਹਰ ਸਿੱਖ ਦੇ ਵਿੱਚੋਂ ਬਾਬਾ ਮਹਾਰਾਜ ਸਿੰਘ ਨਜ਼ਰ ਆਵੇਗਾ ਤੇ ਹਰ ਸਿੱਖ ਦੀ ਸੋਚ ਦੇ ਵਿੱਚੋਂ ਬਾਬਾ ਮਹਾਰਾਜ ਸਿੰਘ ਦੀ ਸੋਚ ਨਜ਼ਰ ਆਵੇਗੀ। ਹੁਣ ਤੁਸੀਂ ਵੇਖ ਲਓ ਕਿ ਉਸ ਸਮੇਂ ਅੰਗਰੇਜ਼ਾਂ ਦੇ ਮਨ ਦੇ ਵਿੱਚ ਬਾਬਾ ਮਹਾਰਾਜ ਸਿੰਘ ਦਾ ਭੈ ਜਾਂ ਡਰ ਕਿੰਨਾ ਹੋਵੇਗਾ। ਸੋ ਉਹ ਉਸੇ ਵੇਲੇ ਹੀ ਆਪਣੇ ਜਿਹੜਾ ਉਸ ਵੇਲੇ ਦਾ ਉੱਚ ਅਧਿਕਾਰੀ ਉਹਨੂੰ ਚਿੱਠੀ ਲਿਖਦਾ ਹੈ ਕਿ ਇਹਨਾਂ ਨੂੰ ਜੇਲ੍ਹ ਚੋਂ ਕਿਸੇ ਹੋਰ ਜਗ੍ਹਾ ਦੇ ਉੱਪਰ ਤਬਦੀਲ ਕੀਤਾ ਜਾਵੇ। ਸੋ ਉਸੇ ਵੇਲੇ ਕੈਪਟਨ ਟਰਨਰ ਜਿਹੜਾ ਉਹ ਕਹਿੰਦਾ ਹੈ ਕਿ ਇਹਨਾਂ ਨੂੰ ਜੇਲ੍ਹ ਤੋਂ ਫੌਜੀ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਨਾਲ ਹੀ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਇਹਨਾਂ ਦੇ ਉੱਪਰ ਜਿਹੜਾ ਪਹਿਰਾ ਲੱਗੇਗਾ ਉਸ ਪਹਿਰੇ ਦੇ ਉੱਪਰ ਕੋਈ ਵੀ ਸਿੱਖ ਫੌਜੀ ਨਹੀਂ ਹੋਵੇਗਾ। ਇੱਥੋਂ ਤੱਕ ਕਿ ਜਿੰਨੇ ਦਿਨ ਇਹਨਾਂ ਨੂੰ ਜੇਲ੍ਹ 'ਚ ਰੱਖਿਆ ਜਾਂਦਾ ਹੈ ਇੱਕ ਮੁਸਲਮਾਨ ਕੈਦੀ ਦੇ ਨਾਲ ਇਹਨਾਂ ਦੀ ਹੱਥਕੜੀ ਜਿਹੜੀ ਹੈ ਨਾ ਉਹ ਨਾਲ ਬੰਨ੍ਹ ਕੇ ਸਵਾਇਆ ਜਾਂਦਾ ਹੈ ਕਿ ਕਿਤੇ ਰਾਤ ਨੂੰ ਇਹ ਭੱਜ ਨਾ ਜਾਣ। ਔਰ ਇੱਥੋਂ ਤੱਕ ਕਿ ਇਹ ਜਿਹੜਾ ਅੰਗਰੇਜ਼ ਡਿਪਟੀ ਕਮਿਸ਼ਨਰ ਹੈ ਇਹ ਆਪਣੇ ਉੱਚ ਅਧਿਕਾਰੀਆਂ ਨੂੰ ਇੱਕ ਚਿੱਠੀ 'ਚ ਪਤਾ ਕੀ ਲਿਖਦਾ ਹੈ ਕਿ ਮੈਂ ਜੇਲ੍ਹ ਦੇ ਦਰੋਗੇ ਨੂੰ ਵੱਧ ਤੋਂ ਵੱਧ 360 ਰੁਪਏ ਤਨਖਾਹ ਦਿੰਦਾ ਹਾਂ, ਪਰ ਮੈਨੂੰ ਇੰਜ ਲੱਗਦਾ ਹੈ ਕਿ ਜਿੰਨੀ ਉਹਨਾਂ ਦੀ ਜੇਲ੍ਹ ਸਟਾਫ ਦੀ ਜਾਂ ਸਿੱਖ ਅਧਿਕਾਰੀ ਜਿਹੜੇ ਨੇ ਜਾਂ ਸਿੱਖ ਸਿਪਾਹੀ ਜਿਹੜੇ ਨੇ ਜਿੰਨੀ ਵਫਾ ਪ੍ਰਸਤੀ ਉਹਨਾਂ ਦੀ ਬਾਬਾ ਮਹਾਰਾਜ ਸਿੰਘ ਦੇ ਨਾਲ ਆ, ਜੇਕਰ ਇਹਨਾਂ ਨੇ ਉਹਨਾਂ ਦੀ ਮਦਦ ਕਰਨੀ ਹੋਵੇ ਤਾਂ ਅਸੀਂ 2 ਲੱਖ ਰੁਪਈਆ ਤਨਖਾਹ ਦੇ ਕੇ ਵੀ ਇਹਨਾਂ ਦੀ ਵਫਾ ਨੂੰ ਖਰੀਦ ਨਹੀਂ ਸਕਦੇ। ਵੀ ਮੈਂ ਇੰਨੀ ਵੀ ਤਨਖਾਹ ਦੇਵਾਂ ਨਾ ਤਾਂ ਮੇਰੇ ਲਈ ਥੋੜ੍ਹੀ ਹੈ, ਪਰ ਬਾਬਾ ਮਹਾਰਾਜ ਸਿੰਘ ਦਾ ਜਿਹੜਾ ਜੇਕਰ ਉਹ ਜੇਲ੍ਹ ਚੋਂ ਭੱਜ ਜਾਂਦਾ ਹੈ ਤਾਂ ਫਿਰ ਸਿੱਖ ਕੌਮ ਜਿਹੜੀ ਹੈ ਇਹਦੇ ਵਿੱਚ ਪੈਦਾ ਹੋਣ ਵਾਲੀ ਬਗਾਵਤ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਸਾਰੀਆਂ ਚਿੱਠੀਆਂ ਔਨ ਰਿਕਾਰਡ ਨੇ ਔਰ ਮੇਰੀ ਲਾਇਬ੍ਰੇਰੀ ਦੇ ਵਿੱਚ ਪਈਆਂ ਵੀ ਹੋਈਆਂ ਨੇ। ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਇਹਨਾਂ ਚਿੱਠੀਆਂ ਦੇ ਕੁਛ ਅੰਸ਼ ਜਿਹੜੇ ਨੇ ਉਹ ਛਪੇ ਵੀ ਹੋਏ ਨੇ। ਸੋ ਉਸ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਨੂੰ ਛਾਉਣੀ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ ਤੇ ਉੱਥੇ ਵੀ ਜਿਹੜਾ ਬ੍ਰਿਗੇਡੀਅਰ ਹੈ ਉਹ ਬਕਾਇਦਾ ਤੌਰ 'ਤੇ ਮੁੜ ਕੇ ਆਪਣੀ ਰਿਪੋਰਟ ਦਿੰਦਾ ਹੈ ਕਿ ਜਿੰਨੇ ਵੀ ਸਿੱਖ ਫੌਜੀ ਸੀ ਉਹ ਬਾਬਾ ਮਹਾਰਾਜ ਸਿੰਘ ਦੇ ਪਹਿਰੇ ਤੋਂ
ਹਟਾ ਦਿੱਤੇ ਜਾਂਦੇ ਨੇ। ਔਰ ਉਸ ਫੌਜੀ ਛਾਉਣੀ ਦੇ ਵਿੱਚ ਹੀ ਫਿਰ ਬਹੁਤ ਸਾਰੇ ਲੋਕਾਂ ਤੋਂ ਬਾਬਾ ਮਹਾਰਾਜ ਸਿੰਘ ਦੀ ਸ਼ਨਾਖਤ ਕਰਵਾਈ ਜਾਂਦੀ ਹੈ ਕਿ ਸੱਚਮੁੱਚ ਹੀ ਅਸੀਂ ਉਸ ਨੂੰ ਗ੍ਰਿਫਤਾਰ ਕੀਤਾ ਹੈ, ਜਾਂ ਕਿਤੇ ਪਹਿਲਾਂ ਵਾਲੀ ਗੱਲ ਨਹੀਂ ਹੋਈ। ਪਹਿਲਾਂ ਵਾਲੀ ਗੱਲ ਜਿਸ ਤਰ੍ਹਾਂ ਮੈਂ ਆਪਣੇ ਪਹਿਲੇ ਲੈਕਚਰ ਦੇ ਵਿੱਚ ਦੱਸ ਚੁੱਕਾ ਹਾਂ ਕਿ ਜਿਸ ਵੇਲੇ ਝੰਗ ਤੋਂ ਮੁਲਤਾਨ ਨੂੰ ਜਾਣ ਲੱਗਿਆਂ ਇਹਨਾਂ ਨੇ ਦਰਿਆ ਪਾਰ ਕੀਤਾ ਸੀ, ਤਾਂ ਉਸ ਵੇਲੇ ਜਿਹੜਾ ਲਾਹੌਰ ਦਾ ਰੈਜ਼ੀਡੈਂਟ ਸੀ ਹੈਨਰੀ ਲਾਰੈਂਸ, ਉਹਨੂੰ ਇਹੀ ਖਬਰਾਂ ਪਹੁੰਚੀਆਂ ਸੀ ਖੁਫੀਆ ਵਿਭਾਗ ਦੇ ਵੱਲੋਂ ਕਿ ਬਾਬਾ ਮਹਾਰਾਜ ਸਿੰਘ ਜਾਂ ਤਾਂ ਭੱਜ ਗਿਆ ਜਾਂ ਤੇ ਡੁੱਬ ਗਿਆ। ਸੋ ਇਸ ਕਰਕੇ ਅੰਗਰੇਜ਼ ਅਫਸਰਾਂ ਨੂੰ ਬਹੁਤ ਸ਼ੱਕ ਸੀ ਕਿ ਜਿਹੜੇ ਵਿਅਕਤੀ ਨੂੰ ਫੜ ਕੇ ਲਿਆਂਦਾ ਹੈ ਇਹ ਬਾਬਾ ਮਹਾਰਾਜ ਸਿੰਘ ਹੀ ਹੈ, ਭਾਵੇਂ ਕਿ ਉਹਨਾਂ ਨੂੰ ਜੇਲ੍ਹ ਦੇ ਅਧਿਕਾਰੀ ਸਿੱਖਾਂ ਦੇ ਵੱਲੋਂ ਤੇ ਸਿਪਾਹੀਆਂ ਦੇ ਵੱਲੋਂ ਸਤਿਕਾਰ ਕਰਨ ਤੋਂ ਇਹ ਸਬੂਤ ਮਿਲ ਗਏ ਸਨ ਕਿ ਬਾਬਾ ਮਹਾਰਾਜ ਸਿੰਘ ਵੀ ਹੈ, ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਸੀ। ਜਿਹੜੇ ਵਿਅਕਤੀ ਉਹਨਾਂ ਦੇ ਸਾਥੀ ਨਾਲ ਗ੍ਰਿਫਤਾਰ ਕੀਤੇ ਗਏ ਉਹਨਾਂ ਨੇ ਕੋਈ ਇੱਕ ਵੀ ਰਾਜ ਜਾਂ ਭੇਦ ਸਾਂਝਾ ਨਹੀਂ ਕੀਤਾ, ਕਿਉਂਕਿ ਅੰਗਰੇਜ਼ ਅਧਿਕਾਰੀ ਆਪਣੀ ਰਿਪੋਰਟ ਦੇ ਵਿੱਚ ਖੁਦ ਲਿਖਦਾ ਹੈ ਕਿ ਉਹ ਤਾਂ ਇਸ ਤਰ੍ਹਾਂ ਚੁੱਪ ਬੈਠੇ ਨੇ ਜਿਸ ਤਰ੍ਹਾਂ ਸਾਡੇ ਨਾਲ ਰੁੱਸੇ ਹੋਏ ਹੁੰਦੇ ਨੇ। ਉਹ ਬੜੇ ਮਜ਼ਾਕੀਆ ਲਹਿਜੇ 'ਚ ਲਿਖਦਾ ਹੈ ਵੀ ਉਹ ਤੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦੇ ਜਿਵੇਂ ਸਾਡੇ ਨਾਲ ਰੁੱਸੇ ਹੋਏ ਹੁੰਦੇ ਨੇ। ਔਰ ਇਸ ਤੋਂ ਬਾਅਦ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਜਿਹੜੀ ਮੈਂ ਪਹਿਲੇ ਲੈਕਚਰ 'ਚ ਵੀ ਕੀਤੀ ਸੀ ਕਿ ਸਾਨੂੰ ਸਿਰਫ ਇੰਨਾ ਪਤਾ ਲੱਗਾ ਹੈ ਕਿ ਰਿਆਸਤ ਜੰਮੂ ਦੇ ਇਲਾਕੇ ਦੇ ਵਿੱਚ 22 ਊਠ ਇਹਨਾਂ ਦੇ ਮਾਲ ਅਸਬਾਬ ਦੇ ਭਰੇ ਹੋਏ ਨੇ। ਉਹਨਾਂ ਦੇ ਵਿੱਚ ਮਾਇਆ ਵੀ ਹੋ ਸਕਦੀ ਹੈ, ਅਸਲਾ ਵੀ ਹੋ ਸਕਦਾ ਹੈ। ਇਹਦੇ ਬਾਰੇ ਉਹਨਾਂ ਨੇ ਖੁੱਲ੍ਹ ਕੇ ਖੁਲਾਸਾ ਜਿਹੜਾ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜਾ ਡਲਹੌਜੀ ਹੈ ਉਹਦੀ ਵਾਪਸੀ ਚਿੱਠੀ ਲਾਰਡ ਡਲਹੌਜੀ ਦੀ ਜਿਹੜੀ ਹੈ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਮਿਸਟਰ ਹੈਨਰੀ ਵੈਨਸਟੇਟ ਨੂੰ ਆਉਂਦੀ ਹੈ, ਜਿਹਦੇ 'ਚ ਲਿਖਦਾ ਹੈ ਕਿ ਮੈਂ ਸਾਰਾ ਪ੍ਰਬੰਧ ਕਰ ਲਿਆ ਹੈ, ਮਹਾਰਾਜ ਸਿੰਘ ਨੂੰ ਹਿੰਦੁਸਤਾਨ ਦੀ ਕਿਸੇ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਵੇਗਾ, ਇਸ ਨੂੰ ਬਾਹਰ ਲਿਜਾਇਆ ਜਾਵੇਗਾ। ਸੋ ਉਸ ਤੋਂ ਬਾਅਦ ਲਗਾਤਾਰ ਪੜਾਅਵਾਰ ਇਹਨਾਂ ਦਾ ਚਿੱਠੀ ਪੱਤਰ ਹੈ। ਉਸ ਪੜਾਅਵਾਰ ਚਿੱਠੀ ਪੱਤਰ ਦੇ ਵਿੱਚ ਫਿਰ ਅਗਲੀ ਚਿੱਠੀ ਦੇ ਵਿੱਚ ਲਾਰਡ ਡਲਹੌਜੀ ਲਿਖਦਾ ਹੈ ਕਿ ਅਸੀਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਤੇ ਹੁਣ ਮਹਾਰਾਜ ਸਿੰਘ ਨੂੰ ਇਹਦੇ ਇੱਕ ਸਾਥੀ ਖੜਕ ਸਿੰਘ ਦੇ ਸਮੇਤ ਅੰਬਾਲੇ ਭੇਜ ਦਿੱਤਾ ਜਾਵੇ। ਅੰਬਾਲੇ ਤੋਂ ਬਾਅਦ ਇਹਨਾਂ ਨੂੰ ਫਿਰ ਕਲਕੱਤੇ ਦੇ ਫੋਰਟ ਵਿਲੀਅਮ ਦੇ ਵਿੱਚ ਕੁਝ ਸਮਾਂ ਰੱਖਿਆ ਜਾਂਦਾ ਹੈ। ਉੱਥੇ ਜਿਹੜਾ ਕਲਕੱਤੇ ਦੇ ਵਿੱਚ ਹੀ ਉਸ ਵੇਲੇ ਜਿਹੜਾ ਮੁਲਤਾਨ ਦਾ ਗਵਰਨਰ ਜਿਸ ਨੇ ਬਗਾਵਤ ਕੀਤੀ ਸੀ, ਮੂਲ ਰਾਜ ਆ, ਉਹ ਵੀ ਉੱਥੇ ਸੀ। ਔਰ ਇਹਨਾਂ ਦੋਵਾਂ ਦੇ ਬਾਰੇ ਜਦੋਂ ਅੰਗਰੇਜ਼ ਅਧਿਕਾਰੀ ਲਾਰਡ ਡਲਹੌਜੀ ਨੂੰ ਰਿਪੋਰਟ ਭੇਜਦੇ ਨੇ ਤਾਂ ਉਹਦੇ ਵਿੱਚ ਵੀ ਬੜੇ ਅਹਿਮ ਸ਼ਬਦ ਨੇ ਕਿ ਦੀਵਾਨ ਮੂਲ ਰਾਜ ਸਿਹਤ ਪੱਖ ਤੋਂ ਬੜਾ ਹੀ ਡਰਿਆ ਹੋਇਆ ਤੇ ਕਮਜ਼ੋਰ ਹੋ ਚੁੱਕਾ ਹੈ। ਹਾਲਾਂਕਿ ਉਮਰ ਦੇ ਵਿੱਚ ਛੋਟਾ ਸੀ ਬਾਬਾ ਮਹਾਰਾਜ ਸਿੰਘ ਦੇ ਨਾਲ, ਪਰ ਜਿਹੜਾ ਬਾਬਾ ਮਹਾਰਾਜ ਸਿੰਘ ਆ ਬੜੀ ਚੜ੍ਹਦੀ ਕਲਾ ਦੇ ਵਿੱਚ ਆ। ਉਸ ਨੂੰ ਤਾਂ ਹਿੰਦੁਸਤਾਨ ਤੋਂ ਬਾਹਰ ਕਾਲੇ ਪਾਣੀ ਜਾਂ ਕਿਸੇ ਹੋਰ ਥਾਂ ਤੇ ਭੇਜਿਆ ਜਾ ਸਕਦਾ ਹੈ, ਪਰ ਕਹਿੰਦਾ ਸਾਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਦੀਵਾਨ ਮੂਲ ਰਾਜ ਜਿੰਨਾ ਕਮਜ਼ੋਰ ਤੇ ਡਰਿਆ ਹੋਇਆ ਹੈ ਉਹ ਕੁਝ ਦਿਨ ਕੱਢ ਨਹੀਂ ਸਕੇਗਾ। ਔਰ ਉਹੀ ਗੱਲ ਹੋਈ, ਜਲਦੀ ਹੀ ਉਸ ਦੀ ਹਿਰਾਸਤ ਦੇ ਵਿੱਚ ਮੌਤ ਹੋ ਚੁੱਕੀ। ਉਸ ਤੋਂ ਬਾਅਦ 15 ਮਈ 1850 ਨੂੰ ਬਾਬਾ ਮਹਾਰਾਜ ਸਿੰਘ ਤੇ ਉਹਨਾਂ ਦੇ ਇੱਕ ਸਾਥੀ ਖੜਕ ਸਿੰਘ ਨੂੰ ਸ਼ਾਹ ਮੁਹੰਮਦ ਨਾਮ ਦੇ ਇੱਕ ਸਮੁੰਦਰੀ ਜਹਾਜ਼ ਦੇ ਉੱਪਰ ਚੜ੍ਹਾ ਕੇ ਸਿੰਗਾਪੁਰ ਵੱਲ ਨੂੰ ਤੋਰ ਦਿੱਤਾ ਜਾਂਦਾ ਹੈ। ਜਦੋਂ ਸਿੰਗਾਪੁਰ ਪਹੁੰਚਦੇ ਨੇ ਤਾਂ ਉਸ ਵੇਲੇ ਇਹਨਾਂ ਦੀ ਜਿਹੜੀ ਪਹੁੰਚਣ ਦਾ ਜਿਹੜਾ ਮਹੀਨਾ ਹੈ ਉਹ ਜੂਨ 1850 ਹੈ, ਭਾਵ ਕਿ 20-25 ਦਿਨਾਂ ਦੇ ਸਫ਼ਰ ਤੋਂ ਬਾਅਦ ਇੰਜ ਲੱਗਦਾ ਹੈ ਜਿਵੇਂ ਉਹ ਉੱਥੇ ਪਹੁੰਚ ਗਏ ਹੋਣਗੇ। ਕੋਈ 20 ਦਿਨ ਦੇ ਸਫ਼ਰ ਤੋਂ ਬਾਅਦ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਸਿਲਟ ਰੋਡ ਜਿਹੜੀ ਹੈ ਉੱਥੋਂ ਦੀ ਵੱਡੀ ਤੇ ਸਰਕਾਰੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ, ਅੱਜ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸੋ ਉੱਥੇ ਵੀ ਜਿਹੜੀਆਂ ਜੇਲ੍ਹ ਦੇ ਅਧਿਕਾਰੀਆਂ ਦੀਆਂ ਹਿੰਦੁਸਤਾਨ ਦੇ ਗਵਰਨਰ ਜਨਰਲ ਨੂੰ ਲਿਖੀਆਂ ਚਿੱਠੀਆਂ ਨੇ ਉਹ ਵੀ ਪੜ੍ਹਨ ਵਾਲੀਆਂ ਨੇ, ਬਹੁਤ ਸਾਰੀਆਂ ਹੁਣ ਜਿਹੜੀਆਂ ਇੰਟਰਨੈਟ ਦੇ ਉੱਪਰ ਵੀ ਮਿਲਦੀਆਂ ਨੇ। ਉਹਨਾਂ ਦੇ ਵਿੱਚ ਹੈ ਕਿ ਬਾਬਾ ਮਹਾਰਾਜ ਸਿੰਘ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਬੇਸ਼ੱਕ ਕਿ ਉਹਦੀ ਸਿਹਤ ਪਹਿਲਾਂ ਬਿਲਕੁਲ ਠੀਕ ਸੀ ਔਰ ਹੁਣ ਇੱਕ ਤੰਗ ਕਾਲ ਕੋਠੜੀ ਦੇ ਵਿੱਚ ਰੱਖਣ ਕਰਕੇ ਉਸਦੀ ਸਿਹਤ ਹੌਲੀ ਹੌਲੀ ਕਮਜ਼ੋਰ ਹੁੰਦੀ ਜਾ ਰਹੀ ਹੈ, ਪਰ ਉਹ ਮਾਨਸਿਕ ਤੌਰ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ। ਉਹ ਆਪਣੀ ਧਾਰਮਿਕ ਪੋਥੀ ਤੋਂ ਪਾਠ ਕਰਦਾ ਰਹਿੰਦਾ ਹੈ, ਉਹ ਸਿਮਰਨ ਕਰਦਾ ਰਹਿੰਦਾ ਹੈ। ਪਰ ਉਸਦਾ ਜਿਹੜਾ ਸਾਥੀ ਖੜਕ ਸਿੰਘ ਹੈ ਉਹਦਾ ਵਤੀਰਾ ਬੜਾ ਖਤਰਨਾਕ ਹੈ। ਜੇ ਕਿਤੇ ਗੁੱਸੇ 'ਚ ਆਇਆ ਹੋਵੇ ਤੇ ਕਈ ਵਾਰੀ ਜੇਲ੍ਹ ਦੇ ਦਰੋਗੇ ਨੂੰ ਭਾਂਡੇ ਵੀ ਚੁੱਕ ਕੇ ਮਾਰ ਦਿੰਦਾ ਹੈ। ਪਰ ਬਾਬਾ ਮਹਾਰਾਜ ਸਿੰਘ ਦਾ ਵਤੀਰਾ ਬਹੁਤ ਵਧੀਆ, ਬੜਾ ਸ਼ਾਂਤ ਸੁਭਾਅ, ਬੜਾ ਸਹਿਜ ਵਾਲਾ ਤੇ ਬੜਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਹੈ। ਔਰ ਉਸੇ ਕਰਕੇ ਹੀ ਉਹਨਾਂ ਦੀਆਂ ਇਸ ਧਾਰਮਿਕ ਤੇ ਚੜ੍ਹਦੀ ਕਲਾ ਦੀ ਅਵਸਥਾ ਦੀਆਂ ਗੱਲਾਂ ਜੇਲ੍ਹ ਦੇ ਵਿੱਚੋਂ ਬਾਹਰ ਸਥਾਨਕ ਲੋਕਾਂ ਤੱਕ ਵੀ ਫੈਲੀਆਂ, ਜਿਸ ਕਰਕੇ ਤੁਸੀਂ ਅੱਜ ਵੀ ਸਿੰਗਾਪੁਰ ਜਾ ਕੇ ਵੇਖ ਲਓ ਕਿ ਉਹਨਾਂ ਦੇ ਅਸਥਾਨ ਦੇ ਉੱਪਰ ਅਕੀਦਤ ਭੇਟ ਕਰਨ ਦੇ ਵਾਸਤੇ ਸਿੱਖਾਂ ਤੋਂ ਵੱਧ ਸਿੰਗਾਪੁਰ
ਸਿੰਗਾਪੁਰ ਦੇ ਸਥਾਨਕ ਲੋਕ ਆਉਂਦੇ ਨੇ, ਬਰਮਾ ਤੋਂ ਲੋਕ ਆਉਂਦੇ ਨੇ, ਮਲੇਸ਼ੀਆ ਤੋਂ ਲੋਕ ਆਉਂਦੇ ਨੇ। ਬਹੁਤ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡੇ ਰੂਹਾਨੀਅਤ ਭਰੇ ਪੁਰਸ਼ ਦੇ ਰੂਪ ਦੇ ਮਨ ਦੇ ਵਿੱਚ ਕਹਿ ਸਕਦੇ ਹੋ ਕਿ ਸਤਿਕਾਰ ਹੈ ਉਹਨਾਂ ਦਾ। ਖੈਰ, ਬਾਬਾ ਜੀ ਉੱਥੇ ਕੁਝ ਸਮਾਂ ਬਤੀਤ ਕਰਦੇ ਨੇ। ਹੌਲੀ ਹੌਲੀ ਕੁਝ ਚਿੱਠੀਆਂ ਦੇ ਵਿੱਚ ਜਿਹੜੀਆਂ ਜਰਨਲ ਨੂੰ ਲਿਖੀਆਂ ਗਈਆਂ ਨੇ, ਉਹਦੇ ਵਿੱਚ ਜੇਲ੍ਹ ਅਧਿਕਾਰੀਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਾਬਾ ਮਹਾਰਾਜ ਸਿੰਘ ਦੀਆਂ ਅੱਖਾਂ ਦੇ ਵਿੱਚ ਮੋਤੀਆ ਉਤਰਨ ਦੇ ਕਰਕੇ ਉਹਨਾਂ ਦੀ ਜਿਹੜੀ ਅੱਖਾਂ ਦੀ ਨਜ਼ਰ ਹੈ ਉਹ ਬਿਲਕੁਲ ਜਾਂਦੀ ਰਹੀ ਹੈ। ਉਹ ਬਹੁਤ ਜ਼ਿਆਦਾ ਸਿਹਤਕ ਪੱਖ ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ, ਤੇ ਜਿੰਨੇ ਉਹ ਕਮਜ਼ੋਰ ਹੁੰਦੇ ਜਾ ਰਹੇ ਨੇ, ਇਸ ਤੋਂ ਇੰਝ ਲੱਗਦਾ ਹੈ ਕਿ ਉਹਨਾਂ ਨੂੰ ਬਾਹਰ ਲਿਜਾਣ ਦੀ ਜਾਂ ਥੋੜ੍ਹੀ ਘੁੰਮਣ ਫਿਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਗਲੀਆਂ ਚਿੱਠੀਆਂ 'ਚ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਹੀਂ ਮਿਲਦੀ, ਪਰ ਇੱਕ ਖਾਸ ਪਹਿਰੇਦਾਰ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਘੁੰਮਣ ਦੀ ਇਜਾਜ਼ਤ ਜਿਹੜੀ ਹੈ ਉਹ ਥੋੜ੍ਹੀ ਜਿਹੀ ਦੇ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਚਿੱਠੀ ਆ ਉਹ ਬੜੀ ਦਰਦਨਾਕ ਹੈ, ਜਿਹਦੇ ਵਿੱਚ ਜੇਲ੍ਹ ਵਿਭਾਗ ਦਾ ਜਿਹੜਾ ਉੱਥੋਂ ਦਾ ਮੁਖੀ ਹੈ ਉਹ ਲਿਖਦਾ ਹੈ ਕਿ ਉਹਨਾਂ ਦੀ ਜ਼ੁਬਾਨ ਦੇ ਉੱਪਰ ਕੈਂਸਰ ਹੋ ਚੁੱਕਾ ਹੈ, ਮੂੰਹ ਦੇ ਵਿੱਚੋਂ ਸਾਰਾ ਦਿਨ ਖੂਨ ਵਗਦਾ ਰਹਿੰਦਾ ਹੈ, ਬਹੁਤ ਜ਼ਿਆਦਾ ਦੁਰਗੰਧ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਉਹਨਾਂ ਦੀ ਧੌਣ ਦੇ ਪਿੱਛੇ ਵੀ ਗਿਲਟੀਆਂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚੋਂ ਕਈ ਵਾਰੀ ਪੀਕ ਵਗਦੀ ਹੈ। ਅੱਖਾਂ ਤੋਂ ਬਿਲਕੁਲ ਅੰਨੇ ਹੋ ਚੁੱਕੇ ਨੇ, ਹੱਥ ਦੇ ਨਾਲ ਫੜ ਕੇ ਉਹਨਾਂ ਨੂੰ ਬਾਹਰ ਲਿਜਾਣਾ ਪੈਂਦਾ ਹੈ, ਤੇ ਉਹਨਾਂ ਦੀ ਹਾਲਤ ਬੜੀ ਤਰਸਯੋਗ ਹੈ, ਪਰ ਮਾਨਸਿਕ ਤੌਰ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ, ਬੜੇ ਸਾਏ ਦੇ ਵਿੱਚ ਨੇ। ਕਿਸੇ ਵੀ ਇੰਨੀ ਦਰਦ ਵਾਲੀ ਅਵਸਥਾ ਦੇ ਵਿੱਚ ਵੀ ਆਪਣੀ ਜ਼ੁਬਾਨ ਤੋਂ ਕਦੀ ਸੀ ਨਹੀਂ ਕਰਦੇ, ਸਿਮਰਨ ਕਰਦੇ ਨੇ। ਸੋ ਅਖੀਰ 5 ਜੁਲਾਈ 1856 ਨੂੰ ਸਿੰਗਾਪੁਰ ਦੀ ਇਸ ਸਿਲਟ ਰੋਡ ਵਾਲੀ ਜੇਲ੍ਹ ਦੇ ਵਿੱਚ ਬਾਬਾ ਮਹਾਰਾਜ ਸਿੰਘ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੇਲ੍ਹ ਦੇ ਕਮਰੇ ਦੇ ਬਾਹਰ ਭਾਈ ਖੜਕ ਸਿੰਘ ਨੇ ਕੀਤਾ, ਜਿਹੜਾ ਉਹਨਾਂ ਦਾ ਸਾਥੀ ਸੀ। ਉਸ ਤੋਂ ਬਾਅਦ ਜਿਹੜਾ ਖੜਕ ਸਿੰਘ ਸੀ ਉਸ ਨੂੰ ਪੈਨਾਂਗ ਟਾਪੂ ਦੇ ਉੱਪਰ ਮਲੇਸ਼ੀਆ ਦੀ ਜਿਹੜੀ ਜੇਲ੍ਹ ਸੀ ਉੱਥੇ ਭੇਜ ਦਿੱਤਾ ਗਿਆ, ਔਰ ਕੁਝ ਸਮੇਂ ਤੋਂ ਬਾਅਦ ਉੱਥੇ ਫਿਰ ਉਸ ਦੀ ਮੌਤ ਹੋ ਗਈ। ਸੋ ਬਾਬਾ ਮਹਾਰਾਜ ਸਿੰਘ ਦਾ ਜਿਹੜਾ ਜੀਵਨ ਹੈ ਇੰਨਾ ਸੰਘਰਸ਼ ਦੇ ਨਾਲ ਭਰਿਆ ਹੋਇਆ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਜਦੋਂ ਸੰਘਰਸ਼ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ, ਭਾਵ ਕਿ 1849 ਦੇ ਵਿੱਚ 1847 ਦੇ ਵਿੱਚ ਮਾਫ਼ ਕਰਨਾ, ਪ੍ਰੇਮਾ ਸਾਜ਼ਿਸ਼ ਕਾਂਡ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਜਦੋਂ ਭਗੌੜੇ ਹੁੰਦੇ ਨੇ, ਤੇ 47 ਤੋਂ ਲੈ ਕੇ 56 ਤੱਕ 1847 ਤੋਂ ਲੈ ਕੇ 1856 ਤੱਕ ਜਿਹੜਾ ਉਹਨਾਂ ਦਾ ਜੀਵਨ ਹੈ, ਮੈਨੂੰ ਲੱਗਦਾ ਕਿ ਇੱਕ ਦਿਨ ਵੀ ਉਹਨਾਂ ਨੇ ਚੈਨ ਦੇ ਨਾਲ ਸੌਂ ਕੇ ਨਹੀਂ ਵੇਖਿਆ ਹੋਵੇਗਾ, ਜਿਸ ਤਰ੍ਹਾਂ ਦਾ ਉਹਨਾਂ ਦਾ ਸੰਘਰਸ਼ਮਈ ਜੀਵਨ ਸੀ। ਸੋ ਇਸ ਤਰ੍ਹਾਂ ਦੇ ਨਾਲ ਕੌਮ ਦਾ ਇਹ ਯੋਧਾ ਜਿਹੜਾ ਸੀ ਉਹ ਹਮੇਸ਼ਾ ਦੇ ਵਾਸਤੇ ਵਿਛੜ ਗਿਆ ਤੇ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਅਕਾਲ ਚਲਾਣਾ ਕਰ ਗਿਆ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ। ਮੈਂ ਇੱਕ ਬੇਨਤੀ ਫਿਰ ਕਰ ਦੇਵਾਂ ਜਾਂਦਾ ਜਾਂਦਾ ਕਿ ਬਾਬਾ ਮਹਾਰਾਜ ਸਿੰਘ ਦੇ ਜੀਵਨ ਦੇ ਉੱਪਰ ਇੱਕ ਬਹੁਤ ਉੱਚ ਪੱਧਰ ਦੀ ਡਾਕੂਮੈਂਟਰੀ ਅੰਗਰੇਜ਼ੀ ਦੇ ਵਿੱਚ ਬਣੀ ਸੀ, ਜਿਹਦੇ ਵਿੱਚ ਮੈਨੂੰ ਵੀ ਥੋੜ੍ਹਾ ਜਿਹਾ ਕਹਿ ਸਕਦੇ ਹੋ ਕਿ ਆਪਣਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਸੀ। ਹੁਣ ਮੈਂ ਚਾਹੁੰਦਾ ਕਿ ਪੰਜਾਬੀ ਦੇ ਵਿੱਚ ਵੀ ਉਸੇ ਪੱਧਰ ਦੀ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਾਵੇ, ਤੇ ਜਿਹੜੇ ਵੀਰ ਉਹਦੇ ਵਿੱਚ ਮੇਰਾ ਸਹਿਯੋਗ ਦੇਣਾ ਚਾਹੁੰਦੇ ਨੇ ਉਹ ਜ਼ਰੂਰ ਸਾਡੇ ਨਾਲ ਈਮੇਲ ਕਰਕੇ ਸੰਪਰਕ ਕਰ ਲੈਣ ਜਾਂ ਕਮੈਂਟ ਦੇ ਵਿੱਚ ਸੰਪਰਕ ਕਰ ਲੈਣ। ਸੋ ਅੱਜ ਦੇ ਵਾਸਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।